ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਝਲਕਾਂ ਤੇ ਇਤਿਹਾਸ ਵਿੱਚ ਦਰਜ ਕਵਿਤਾ ਬਾਰੇ ਗੱਲ ਕਰਾਂਗੇ। ਅੱਜ ਵਾਲੀ ਆਪਣੀ ਕਵਿਤਾ ਤਾਰਾ ਸਿੰਘ ਕਵੀ ਦੀ ਲਿਖੀ ਹੋਈ ਹੈ। ਇਹ ਜਿਹੜੀ ਕਵਿਤਾ ਹੈ ਇਹਦਾ ਨਾਂ ਹੈ ਭਾਰੀਆਂ ਪੰਡਾਂ। ਤਾਰਾ ਸਿੰਘ ਪੰਜਾਬੀ ਦਾ ਪ੍ਰਸਿੱਧ ਕਵੀ ਹੈ। ਇਸ ਕਵੀ ਦਾ ਜਨਮ ਬੇਟਾ 1929 ਈਸਵੀ ਨੂੰ ਹੋਇਆ। ਇਹਦੇ ਪਿੰਡ ਦਾ ਨਾਂ ਹੁਕੜਾ, ਜ਼ਿਲ੍ਹਾ ਹੁਸ਼ਿਆਰਪੁਰ ਸੀ ਤੇ ਇਹਦੇ ਪਿਤਾ ਦਾ ਨਾਂ ਅਰਜਨ ਸਿੰਘ ਤੇ ਮਾਤਾ ਧਨ ਕੌਰ ਸੀ। ਇਹ ਵਿਅਕਤੀ ਹੈ ਜਿਹੜਾ ਮੁੱਖ ਰੂਪ ਵਿੱਚ ਇਹਨੇ ਪੱਤਰਕਾਰੀ ਕੀਤੀ। ਪੱਤਰਕਾਰ ਤੋਂ ਤੁਸੀਂ ਸਮਝਦੇ ਹੀ ਹੋ, ਜਿਵੇਂ ਅਖਬਾਰਾਂ ਦੇ ਵਿੱਚ ਖਬਰਾਂ ਇਕੱਠੀਆਂ ਕਰਕੇ ਜਿਹੜੇ ਵਿਅਕਤੀ ਲਿਆਉਂਦੇ ਆ, ਆਪਾਂ ਕਹਿੰਦੇ ਆ ਕਿ ਉਹ ਪੱਤਰਕਾਰੀ ਦਾ ਕੰਮ ਕਰਦੇ ਆ। ਪੱਤਰਕਾਰੀ ਦੇ ਨਾਲ ਨਾਲ ਇਹ ਵਿਅਕਤੀ ਹੈ ਜਿਹੜਾ ਉਹ ਸਾਹਿਤ ਵੀ ਲਿਖਣ ਲੱਗ ਪਿਆ ਤੇ ਕਵਿਤਾ ਦੇ ਖੇਤਰ ਦੇ ਵਿੱਚ ਬਹੁਤ ਪ੍ਰਸਿੱਧ ਹੋਇਆ। ਕਵਿਤਾ ਦੇ ਨਾਲ ਨਾਲ ਵਾਰਤਕ ਰਚਨਾ ਵੀ ਕੀਤੀ। ਤਾਰਾ ਸਿੰਘ ਨੇ ਸੰਪਾਦਨ ਤੇ ਅਨੁਵਾਦ ਦਾ ਕੰਮ ਵੀ ਕੀਤਾ। ਅਨੁਵਾਦ ਤੋਂ ਭਾਵ ਹੈ ਬੇਟਾ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਦੇ ਵਿੱਚ ਬਦਲ ਕੇ ਉਸ ਸਾਹਿਤ ਰਚਨਾ ਨੂੰ ਉਵੇਂ ਹੀ ਲਿਖਣਾ। ਪਰ ਵਿਸ਼ੇਸ਼ ਤੌਰ ਤੇ ਪ੍ਰਸਿੱਧੀ ਇਸ ਵਿਅਕਤੀ ਦੀ ਕਵੀ ਦੇ ਤੌਰ ਤੇ ਹੀ ਹੋਈ। ਇਹਨਾਂ ਦੇ ਪ੍ਰਮੁੱਖ ਕਾਵਿ ਸੰਗ੍ਰਹਿ ਭਾਵ ਕਵਿਤਾ ਦੀਆਂ ਪੁਸਤਕਾਂ ਨੇ ਸਿਮ ਦੇ ਪੱਥਰ, ਮੇਘਲੇ, ਅਸੀਂ ਤੁਸੀਂ, ਸੂਰਜ ਦਾ ਲੈਟਰ ਬਾਕਸ, ਨਾਥ ਬਾਣੀ, ਕਹਿਕਸ਼ਾਂ, ਡੋਲ ਦੇ ਪਾਣੀ ਆਦਿ। ਇਹਨਾਂ ਦੇ ਵਿੱਚੋਂ ਕਹਿਕਸ਼ਾਂ ਜਿਹੜਾ ਕਾਵਿ ਸੰਗ੍ਰਹਿ ਹੈ ਉਸ ਦੇ ਕਾਰਨ ਤਾਰਾ ਸਿੰਘ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਪ੍ਰਾਪਤ ਹੋਇਆ। ਇਹਨਾਂ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਸਮਾਜ ਦੇ ਲਗਭਗ ਹਰ ਪੱਖ ਨੂੰ ਹੀ ਬਿਆਨ ਕੀਤਾ। ਜਿਹੜੀ ਅਸੀਂ ਅੱਜ ਕਵਿਤਾ ਪੜ੍ਹਨੀ ਹੈ, ਭਾਰੀਆਂ ਪੰਡਾਂ, ਕਵਿਤਾ ਦੇ ਭਾਵ ਅਰਥ ਸਮਝਣੇ ਹੈ। ਇਹ ਕਵਿਤਾ ਬੇਟਾ ਆਪਣੇ ਮਨੁੱਖੀ ਜੀਵਨ ਦੇ ਬਾਰੇ ਹੈ। ਇਹਦੇ ਵਿੱਚ ਤਾਰਾ ਸਿੰਘ ਨੇ ਇਹ ਬਿਆਨ ਕਰਨ ਦਾ ਯਤਨ ਕੀਤਾ ਹੈ ਕਿ ਸਾਡੇ ਜੀਵਨ ਦੇ ਵਿੱਚ ਸੱਚਾਈਆਂ ਜਿਹੜੀਆਂ ਉਹ ਕਈ ਵਾਰ ਬਹੁਤ ਕੌੜੀਆਂ ਹੋ ਜਾਂਦੀਆਂ ਨੇ। ਜ਼ਿੰਦਗੀ ਹੈ ਜਿਹੜੀ ਉਹ ਬੋਝਲ ਬਣ ਜਾਂਦੀ ਹੈ, ਬਹੁਤ ਸਾਰੀਆਂ ਚਿੰਤਾਵਾਂ ਆ ਖੜਦੀਆਂ ਨੇ। ਉਦੋਂ ਸਾਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਇੰਨੀ ਲੰਬੀ ਜ਼ਿੰਦਗੀ ਦੇ ਨਾਲੋਂ ਛੋਟੀ ਜਿਹੀ ਜ਼ਿੰਦਗੀ ਹੈ ਜਿਹੜੀ ਉਹੀ ਚੰਗੀ ਹੈ, ਪਰ ਉਹ ਚਿੰਤਾ ਮੁਕਤ ਤੇ ਸੁਖਮਈ ਹੋਵੇ। ਭਾਵ ਇਸ ਕਵਿਤਾ ਦੇ ਵਿੱਚ ਲੰਮੀ ਜ਼ਿੰਦਗੀ ਨਾਲੋਂ ਖੁਸ਼ੀਆਂ ਭਰੀ ਛੋਟੀ ਜ਼ਿੰਦਗੀ ਦੀ ਮੰਗ ਹੈ ਜਿਹੜੀ ਉਹ ਕਵੀ ਕਰਦਾ ਹੈ। ਉਂਝ ਤਾਂ ਮਨੁੱਖੀ ਜੀਵਨ ਸਾਡਾ ਅਜਿਹਾ ਹੈ ਕਿ ਹਰ ਇੱਕ ਵਿਅਕਤੀ ਦੇ ਮਨ ਦੇ ਵਿੱਚ ਇਹੀ ਇੱਛਾ ਹੁੰਦੀ ਹੈ ਕਿ ਮੈਂ ਬਹੁਤ ਲੰਬੀ ਜ਼ਿੰਦਗੀ ਜਿਊਵਾਂ। ਜਦੋਂ ਜ਼ਿੰਦਗੀ ਹੈ ਜਿਹੜੀ ਉਹ ਲੰਘਦੀ ਜਾਂਦੀ ਹੈ, ਅਸੀਂ ਆਪਣਾ ਧਿਆਨ ਰੱਖਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਨੂੰ ਕੁਝ ਹੋ ਨਾ ਜਾਵੇ, ਅਸੀਂ ਹਜੇ ਇਹ ਕੰਮ ਕਰਨੇ ਆ, ਅਸੀਂ ਹਜੇ ਇਹ ਦੇਖਣਾ ਹੈ, ਆਹ ਸਾਡਾ ਕੰਮ ਹੈ ਜਿਹੜਾ ਉਹ ਜ਼ਿੰਦਗੀ ਦਾ ਰਹਿ ਗਿਆ, ਹਜੇ ਇੰਨੇ ਸਾਲ ਘੱਟੋ ਘੱਟ ਹੋਰ ਜਿਉਈਏ, ਇੰਨਾ ਸਮਾਂ ਜਿਹੜਾ ਉਹ ਹੋਰ ਜਿਉਈਏ। ਪਰ ਕਈ ਵਿਅਕਤੀ ਅਜਿਹੇ ਵੀ ਹੁੰਦੇ ਆ ਬੇਟਾ ਜਿਨ੍ਹਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਤਕਲੀਫਾਂ ਦੇ ਵਿੱਚ ਲੰਘਦੀ ਹੈ, ਬਹੁਤ ਸਾਰੀਆਂ ਚਿੰਤਾਵਾਂ ਰਹਿੰਦੀਆਂ ਨੇ ਉਹਨਾਂ ਨੂੰ ਸਾਰੀ ਜ਼ਿੰਦਗੀ। ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੈ ਜਿਹੜੀ ਉਹ ਪੈਦਾ ਹੋਣ ਲੱਗ ਜਾਂਦੀ ਹੈ ਕਿ ਸੁਭਾਵਿਕ ਹੀ ਹੈ ਕਿ ਜ਼ਿੰਦਗੀ ਛੋਟੀ ਹੁੰਦੀ ਪਰ ਖੁਸ਼ੀਆਂ ਭਰੀ ਤੇ ਬਿਨਾਂ ਚਿੰਤਾ ਤੋਂ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ। ਅਸੀਂ ਆਸੇ-ਪਾਸੇ ਕੁਦਰਤ ਦੇ ਵੱਲ ਆਪਣੀ ਨਿਗਾਹ ਮਾਰਦੇ ਹਾਂ, ਸਾਨੂੰ ਕੁਦਰਤ ਦੇ ਵਿੱਚ ਕਈ ਵਰਤਾਰੇ ਇਸ ਤਰ੍ਹਾਂ ਦੇ ਲੱਗਦੇ ਹੈ, ਸਾਨੂੰ ਲੱਗਦਾ ਹੈ ਕਿ ਇਹਨਾਂ ਦੀ ਜ਼ਿੰਦਗੀ ਕਿੰਨੀ ਵਧੀਆ ਹੈ। ਫੁੱਲ ਹੈ ਜਿਹੜਾ ਛੋਟੀ ਜਿਹੀ ਉਮਰ ਜਿਉਂਦਾ ਹੈ, ਕਿੰਨੀ ਖੁਸ਼ਬੂ ਦਿੰਦਾ ਹੈ, ਕਿੰਨਾ ਸੋਹਣਾ ਹੈ। ਹਵਾ ਹੈ ਜਿਹੜੀ ਉਹ ਬੁੱਲਾ ਆਉਂਦਾ ਹੈ, ਚਲਾ ਜਾਂਦਾ ਹੈ, ਪਰ ਕਿੰਨਾ ਸ਼ਾਂਤਮਈ ਹੁੰਦਾ ਹੈ।
ਬੱਦਲ ਹੈ ਜਿਹੜਾ ਉਹ ਵਰਦਾ ਹੈ, ਖਤਮ ਹੋ ਜਾਂਦਾ ਹੈ। ਕਿੰਨੀ ਵਧੀਆ ਜ਼ਿੰਦਗੀ ਹੈ ਇਹਦੀ। ਜਦੋਂ ਅਸੀਂ ਜ਼ਿਆਦਾ ਤਕਲੀਫ ਦੇ ਵਿੱਚ ਹੋਈਏ ਤਾਂ ਸਾਨੂੰ ਇਉਂ ਲੱਗਦਾ ਹੈ ਕਿ ਇੰਨੀ ਲੰਬੀ ਜ਼ਿੰਦਗੀ ਸੀ ਸਾਡੀ, ਪਰ ਇਹਦੇ ਵਿੱਚ ਖੁਸ਼ੀ ਜਾਂ ਤਸੱਲੀ ਹੈ ਹੀ ਨਹੀਂ ਸੀ। ਤਾਂ ਕੁਛ ਇਸ ਤਰ੍ਹਾਂ ਦੀਆਂ ਭਾਵਨਾਵਾਂ ਲੈ ਕੇ ਕਵੀ ਹੈ ਜਿਹੜਾ ਇਸ ਕਵਿਤਾ ਦੇ ਵਿੱਚ ਆਇਆ ਹੈ, ਭਾਰੀਆਂ ਪੰਡਾਂ ਦੇ ਵਿੱਚ। ਇਹਦੇ ਵਿੱਚ ਭਾਰੀਆਂ ਪੰਡਾਂ ਹੈ ਜਿਹੜੀਆਂ, ਉਹ ਕਿਸ ਚੀਜ਼ ਨੂੰ ਕਹਿੰਦਾ ਹੈ ਕਵੀ, ਇਹ ਅਸੀਂ ਕਵਿਤਾ ਜਦੋਂ ਸਾਰੀ ਦੇ ਭਾਵ ਅਰਥ ਸਮਝ ਲਏ ਤਾਂ ਅਖੀਰ ਤੇ ਇਹਦੇ ਬਾਰੇ ਗੱਲ ਕਰਾਂਗੇ। ਤਾਂ ਆਓ ਇਸ ਕਵਿਤਾ ਦੇ ਵਿੱਚ ਕਵੀ ਹੈ ਜਿਹੜਾ ਉਹ ਕੀ ਕਹਿਣਾ ਚਾਹੁੰਦਾ ਹੈ, ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਬਦਲਾ ਵੇ ਬਦਲਾ, ਦੋ ਪਲ ਤੂੰ ਵਰ ਜਾਣਾ, ਨਿੱਕੀ ਜਿਹੀ ਉਮਰਾ, ਝੇੜਾ ਨਾ ਝਾਂਜਾ, ਕਿਣ ਮਿਣ ਕਰ ਤੁਰ ਜਾਣਾ। ਹੁਣ ਇਹਨਾਂ ਸਤਰਾਂ ਦੇ ਵਿੱਚ ਕਵੀ ਬੱਦਲ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ, ਬੱਦਲ ਦੀ ਉਮਰ ਦੇ ਬਾਰੇ ਦੱਸਦਾ ਹੈ ਸਾਨੂੰ। ਬੱਦਲ ਨੂੰ ਕਹਿੰਦਾ ਹੈ ਕਿ ਤੂੰ ਦੋ ਪਲ, ਭਾਵ ਬਹੁਤ ਥੋੜੇ ਸਮੇਂ ਵਰ ਜਾਣਾ, ਤੇਰੀ ਉਮਰ ਬਹੁਤ ਥੋੜੀ ਹੈ, ਧਰਤੀ ਦੇ ਉੱਤੇ ਤੂੰ ਮੀਂਹ ਪਾਉਣਾ ਹੈ। ਇਸ ਛੋਟੀ ਜਿਹੀ ਉਮਰ ਦੇ ਵਿੱਚ ਤੇਰਾ ਕਿਸੇ ਨਾਲ ਕੋਈ ਝਗੜਾ ਨਹੀਂ, ਨਾ ਕੋਈ ਕਿਸੇ ਕਿਸਮ ਦਾ ਤੇਰੇ ਮਨ ਦੇ ਵਿੱਚ ਕੋਈ ਅਫਸੋਸ ਹੈ। ਕਿਣਮਿਣ ਹੋਣੀ ਹੈ ਧਰਤੀ ਤੇ ਉਸ ਤੋਂ ਬਾਅਦ ਤੂੰ ਚਲੇ ਜਾਣਾ। ਪੌਣੇ ਨੀ ਪੌਣੇ, ਸੁਨੇਹੜੇ ਵੰਡ ਤੁਰ ਜਾਣਾ, ਦੋ ਪਲ ਰੁਮਕੀ, ਫੇਰ ਦੇਸ਼ ਨੂੰ ਪੌਣਹੀਣ ਕਰ ਜਾਣਾ। ਹੁਣ ਪਹਿਲਾਂ ਉਹ ਬੱਦਲ ਨੂੰ ਸੰਬੋਧਨ ਕਰਦਾ ਹੈ, ਹੁਣ ਪੌਣ ਭਾਵ ਹਵਾ ਨੂੰ ਸੰਬੋਧਨ ਕਰਦਾ ਹੈ। ਤਾਂ ਹਵਾ ਨੂੰ ਕੀ ਕਹਿੰਦਾ ਹੈ ਕਿ ਤੂੰ ਸੁਨੇਹੇ ਵੰਡ ਕੇ ਤੁਰ ਜਾਣਾ ਹੈ। ਹਰ ਇੱਕ ਦੇ ਲਈ ਕੋਈ ਨਾ ਕੋਈ ਸੁਨੇਹਾ ਲੈ ਕੇ ਆਉਣਾ ਹੈ। ਦੋ ਪਲ ਦੇ ਲਈ ਰੁਮਕਣਾ, ਭਾਵ ਦੋ ਪਲ ਦੇ ਲਈ ਵਗਣਾ ਹੈ ਹਵਾ ਨੇ, ਤੇ ਫੇਰ ਸਾਰਾ ਦੇਸ਼ ਹੈ ਜਿਹੜਾ ਉਹ ਪੌਣਹੀਣ ਹੋ ਜਾਣਾ ਹੈ। ਭਾਵ ਜਦੋਂ ਹਵਾ ਵਗਦੀ ਹੈ ਤਾਂ ਸਭ ਨੂੰ ਇਉਂ ਲੱਗਦਾ ਹੈ ਕੋਈ ਨਾ ਕੋਈ ਸੁਨੇਹਾ ਦੇਣ ਆਈ ਹੈ, ਕਿਉਂਕਿ ਗਰਮੀ ਦੇ ਵਿੱਚ ਜਦੋਂ ਹਵਾ ਵਗਦੀ ਹੈ ਤਾਂ ਸਾਡੀ ਰੂਹ ਨੂੰ ਸ਼ਾਂਤ ਕਰ ਜਾਂਦੀ ਹੈ। ਪਰ ਜਦੋਂ ਹਵਾ ਬੰਦ ਹੋ ਜਾਂਦੀ ਹੈ, ਪਲ ਭਰ ਦੇ ਵਿੱਚ ਹੀ ਚਲੀ ਜਾਂਦੀ ਹੈ, ਤਾਂ ਇਉਂ ਲੱਗਦਾ ਹੈ ਸਾਰਾ ਆਲਾ ਦੁਆਲਾ ਪੌਣਹੀਣ ਹੋ ਗਿਆ, ਭਾਵ ਹਵਾ ਤੋਂ ਬਿਨਾਂ ਹੋ ਗਿਆ। ਤਾਂ ਇਸ ਤਰ੍ਹਾਂ ਹਵਾ ਹੈ ਜਿਹੜੀ, ਉਸ ਦੀ ਜ਼ਿੰਦਗੀ ਵੀ ਦੋ ਕੁ ਪਲ ਦੀ ਹੁੰਦੀ ਹੈ, ਪਰ ਸਾਰਿਆਂ ਨੂੰ ਉਹ ਸੁੱਖ ਦਾ ਸੁਨੇਹਾ ਦੇ ਜਾਂਦੀ ਹੈ। ਫੁੱਲਾ ਵੇ ਫੁੱਲਾ, ਤੂੰ ਤਾਂ ਦੋ ਪਲ ਮਹਿਕ ਖਿੰਡਾ ਕੇ, ਹੱਸਣਾ ਤੇ ਤੁਰ ਜਾਣਾ। ਹੁਣ ਬੱਦਲਾਂ ਤੋਂ ਬਾਅਦ ਹਵਾ, ਤੇ ਹਵਾ ਤੋਂ ਬਾਅਦ ਕਵੀ ਫੁੱਲ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਤੂੰ ਤਾਂ ਦੋ ਪਲ ਦੀ ਤੇਰੀ ਜ਼ਿੰਦਗੀ ਹੈ, ਬਹੁਤ ਛੋਟਾ ਤੇਰਾ ਜੀਵਨ ਹੈ, ਸਭ ਪਾਸੇ ਤੂੰ ਆਪਣੀ ਖੁਸ਼ਬੂ ਹੈ ਜਿਹੜੀ ਉਸ ਨੂੰ ਬਿਖਾਰਨਾ ਹੈ। ਹੱਸਦਾ ਭਾਵ ਖਿੜਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ, ਤੇ ਫੇਰ ਤੁਰ ਜਾਣਾ, ਭਾਵ ਮੁਰਝਾ ਜਾਣਾ, ਤੇ ਮੁਰਝਾਉਣ ਤੋਂ ਬਾਅਦ ਝੜ ਜਾਣਾ, ਖਤਮ ਹੋ ਜਾਣਾ। ਰੂਪ ਰੰਗ ਰਸ ਧੁੱਪ ਤੋਂ ਲੈ ਕੇ ਧੁੱਪਾਂ ਵਿੱਚ ਖੁਰ ਜਾਣਾ। ਹੁਣ ਫੁੱਲ ਹੈ ਜਿਹੜੇ, ਉਹਨਾਂ ਨੂੰ ਖਿੜਨ ਦੇ ਲਈ ਦੂਸਰੀਆਂ ਚੀਜ਼ਾਂ ਦੇ ਨਾਲ ਨਾਲ ਸੂਰਜ ਦੀ ਰੌਸ਼ਨੀ, ਧੁੱਪ ਦੀ ਵੀ ਲੋੜ ਹੈ। ਤਾਂ ਉਹ ਧੁੱਪਾਂ ਤੋਂ ਕੀ ਲੈਂਦੇ ਨੇ ਕਵੀ ਦੇ ਅਨੁਸਾਰ, ਆਪਣਾ ਰੂਪ, ਖੂਬਸੂਰਤੀ ਲੈਂਦੇ ਹੈ, ਰੰਗ ਲੈਂਦੇ ਹੈ। ਉਹਨਾਂ ਦੇ ਵਿੱਚ ਰਸ ਹੈ ਜਿਹੜਾ ਉਹ ਵੀ ਧੁੱਪ ਦੇ ਕਾਰਨ ਹੀ ਪੈਦਾ ਹੁੰਦਾ ਹੈ। ਪਰ ਜਦੋਂ ਉਹਨਾਂ ਦੀ ਉਮਰ ਖਤਮ ਹੁੰਦੀ ਹੈ ਤਾਂ ਉਹ ਧੁੱਪ ਦੇ ਵਿੱਚ ਹੀ ਖੁਰ ਜਾਂਦੇ ਹੈ, ਖਤਮ ਹੋ ਜਾਂਦੇ ਹੈ। ਨਿੱਕੀਆਂ ਉਮਰਾਂ ਦਾ ਜਿਉਣ ਸੁਖਾਲਾ, ਹੁਣ ਮਹਿਕੇ ਹੁਣ ਮੋਏ, ਨਾ ਕੋਈ ਸੱਲ ਨਾ ਸਾਂਗ ਕਲੇਜੇ, ਨਾ ਤੜਫੇ ਨਾ ਰੋਏ। ਹੁਣ ਇੱਥੇ ਕਵੀ ਹੈ ਜਿਹੜਾ ਉਹ ਆਪਣੇ ਮਨ ਦੀ ਭਾਵਨਾ ਦੱਸਦਾ ਹੈ ਕਿ ਬੱਦਲ, ਹਵਾ ਤੇ ਫੁੱਲ, ਇਹਨਾਂ ਤਿੰਨਾਂ ਬਾਰੇ ਉਹਦਾ ਕੀ ਸੋਚ ਹੈ ਕਿ ਇਹਨਾਂ ਦੀ ਉਮਰ ਨਿੱਕੀ ਹੈ, ਬਹੁਤ ਥੋੜੀ ਜਿਹੀ ਉਮਰ ਜਿਉਂਦੇ ਹੈ ਇਹ, ਇਸ ਕਰਕੇ ਇਹਨਾਂ ਦਾ ਜੀਵਨ ਹੈ ਜਿਹੜਾ ਉਹ ਕਿੰਨਾ ਸੌਖਾ ਹੈ। ਪਲ ਭਰ ਮਹਿਕਦੇ ਹੈ,
ਪਲ ਭਰ ਆਪਾਂ ਸਾਰਿਆਂ ਨੂੰ ਆਪਣੀ ਖੂਬਸੂਰਤੀ ਤੋਂ ਜਾਣੂ ਕਰਵਾ ਜਾਂਦੇ ਐ, ਆਪਣੀ ਹੋਂਦ ਬਾਰੇ ਦੱਸ ਦਿੰਦੇ ਐ, ਤੇ ਪਲ ਤੋਂ ਬਾਅਦ ਹੀ ਮਰ ਜਾਂਦੇ ਐ, ਖਤਮ ਹੋ ਜਾਂਦੇ ਐ। ਤਾਂ ਉਹਨਾਂ ਦੇ ਕਾਲਜੇ ਦੇ ਵਿੱਚ ਕੋਈ ਸੱਲ ਨਹੀਂ ਹੁੰਦਾ, ਭਾਵ ਕੋਈ ਜ਼ਖਮ ਨਹੀਂ ਹੁੰਦਾ। ਲੰਬੀ ਉਮਰ ਦੇ ਦੁੱਖ ਤਕਲੀਫਾਂ ਜਿਹੜੇ ਉਹ ਕੋਈ ਵੀ ਨਹੀਂ ਹੁੰਦੇ। ਇਸ ਕਰਕੇ ਨਾ ਤਾਂ ਉਹ ਤੜਫਦੇ ਆ, ਨਾ ਰੋਂਦੇ ਆ। ਭਾਵ ਉਮਰ ਛੋਟੀ ਹੋਣ ਦੇ ਕਾਰਨ ਜ਼ਿੰਦਗੀ ਦੀਆਂ ਤਕਲੀਫਾਂ ਵੀ ਘੱਟ ਹੁੰਦੀਆਂ ਨੇ, ਤਾਂ ਇਸ ਕਰਕੇ ਤਕਲੀਫਾਂ ਘੱਟ ਹੋਣ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਤੜਫ ਤੇ ਕੋਈ ਵੀ ਰੋਣਾ ਹੈ ਜਿਹੜਾ ਉਹ ਨਹੀਂ ਹੁੰਦਾ। ਵੱਡੀਆਂ ਉਮਰਾਂ ਦੇ ਦੁੱਖ ਵਡੇਰੇ ਸੂਰਜ ਵਾਂਗ ਜਲਿੰਦੇ। ਹੁਣ ਇੱਥੇ ਕਵੀ ਦੱਸਦਾ ਹੈ ਕਿ ਜਿੰਨੀ ਉਮਰ ਜ਼ਿਆਦਾ ਲੰਬੀ ਹੈ, ਉਮਰ ਜ਼ਿਆਦਾ ਵੱਡੀ ਹੈ, ਤਾਂ ਉਨੇ ਹੀ ਦੁੱਖ ਤਕਲੀਫਾਂ ਜਿਹੜੀਆਂ ਉਹ ਵੀ ਮਨੁੱਖ ਨੂੰ ਜ਼ਿਆਦਾ ਹੈ, ਕਿਉਂਕਿ ਉਹਦੀ ਉਮਰ ਬੜੀ ਲੰਬੀ ਹੈ। ਜਿਹੜੀ ਇਹ ਉਮਰ ਹੈ, ਕਵੀ ਕਹਿੰਦਾ ਜਿਵੇਂ ਸੂਰਜ, ਇਹਦੀ ਉਮਰ ਬਹੁਤ ਲੰਬੀ ਹੈ ਤੇ ਇਹ ਇੰਨਾ ਮੱਗ ਰਿਹਾ, ਸੜ ਰਿਹਾ, ਜਲ ਰਿਹਾ। ਉਸੇ ਤਰ੍ਹਾਂ ਮਨੁੱਖ ਹੈ, ਮਨੁੱਖ ਦੀ ਉਮਰ ਵੀ ਲੰਬੀ ਹੈ, ਤਾਂ ਉਹਦੀ ਵੀ ਜ਼ਿੰਦਗੀ ਦੇ ਵਿੱਚ ਸੂਰਜ ਦੇ ਵਾਂਗ ਗਰਮੀ ਹੈ, ਤਪਸ਼ ਹੈ, ਤਕਲੀਫਾਂ ਨੇ, ਤੜਫ ਹੈ। ਆਵਾਗਾਉਣ ਦੇ ਚੱਕਰ ਵਿੱਚ ਧਰਤੀ ਵਾਂਗ ਚਲਿੰਦੇ। ਮਨੁੱਖ ਹੈ ਜਿਹੜਾ ਉਹ ਆਵਾਗਮਨ ਦੇ ਚੱਕਰਵਿਊਹ ਦੇ ਵਿੱਚ ਫਸਿਆ ਹੋਇਆ ਹੈ ਕਿ ਜ਼ਿੰਦਗੀ ਹੈ ਜਿਹੜੀ ਉਹਦੇ ਵਿੱਚ ਆਉਣੀਆਂ ਤਕਲੀਫਾਂ, ਚਲੀਆਂ ਜਾਣੀਆਂ। ਲੰਬੀ ਜ਼ਿੰਦਗੀ ਹੈ, ਜਨਮ ਲੈਣਾ, ਮੌਤ ਹੋਣੀ, ਇਹਦੇ ਵਿੱਚ ਬਹੁਤ ਲੰਬਾ ਰਾਸਤਾ ਹੈ। ਮਨੁੱਖ ਇੱਕ ਚੱਕਰਵਿਊਹ ਦੇ ਵਿੱਚ ਫਸਿਆ ਹੋਇਆ ਹੈ ਕਿ ਉਹ ਚੱਕਰ ਹੈ ਜਿਹੜਾ ਉਹਦਾ ਕਿਤੇ ਖਾਤਮਾ ਹੀ ਨਹੀਂ। ਉਹ ਚੱਕਰ ਨੇ ਆਪਣਾ ਰਾਹ ਪੂਰਾ ਕਰਦੇ ਹੀ ਜਾਣਾ ਹੈ। ਜਿਵੇਂ ਕਿ ਧਰਤੀ ਇੱਕ ਚੱਕਰ ਦੇ ਵਿੱਚ ਸੂਰਜ ਦੁਆਲੇ ਘੁੰਮਦੀ ਰਹਿੰਦੀ ਹੈ, ਉਹਦਾ ਰਾਹ ਹੈ ਜਿਹੜਾ ਉਹ ਕਦੇ ਵੀ ਖਤਮ ਹੁੰਦਾ ਹੀ ਨਹੀਂ। ਵੱਡੀਆਂ ਉਮਰਾਂ ਭਾਰੀਆਂ ਪੰਡਾਂ, ਕੋਈ ਝੁਕਾਏ ਤਾਂ ਚੁੱਕੀਏ। ਹੁਣ ਇਹਨਾਂ ਸਤਰਾਂ ਦੇ ਵਿੱਚ ਕਵੀ ਹੈ ਜਿਹੜਾ ਉਹ ਲੰਬੀ ਉਮਰ ਬਾਰੇ ਦੱਸਦਾ ਹੈ ਕਿ ਮਨੁੱਖ ਦੀ ਉਮਰ ਹੈ ਜਿਹੜੀ ਉਹ ਬਹੁਤ ਲੰਬੀ ਹੈ, ਜਿਸ ਦੇ ਕਾਰਨ ਉਹਦੇ ਦੁੱਖ ਤਕਲੀਫਾਂ ਜਿਹੜੀਆਂ ਉਹ ਵੀ ਬਹੁਤ ਵੱਡੀਆਂ, ਤੇ ਇਉਂ ਲੱਗਦਾ ਹੈ ਕਿ ਇਹ ਭਾਰੀਆਂ ਪੰਡਾਂ ਵਰਗੀਆਂ ਬਣ ਜਾਂਦੀਆਂ ਨੇ, ਜਿਹੜੀਆਂ ਤਾਂ ਹੀ ਚੱਕੀਆਂ ਜਾਂਦੀਆਂ ਜੇ ਕੋਈ ਹੋਰ ਹੌਸਲਾ ਦੇਵੇ, ਕੋਈ ਹੋਰ ਹੱਥ ਵਟਾਵੇ। ਇਹਦੇ ਵਿੱਚ ਕਿਸੇ ਹੋਰ ਦੀ ਸਹਾਇਤਾ ਦੀ ਲੋੜ ਪੈਂਦੀ ਹੈ। ਨਿੱਕੀ ਉਮਰ ਪਾਉਣ ਦਾ ਝੌਂਕਾ, ਝੇੜਿਓਂ ਪਹਿਲਾਂ ਮੁੱਕੀਏ। ਤੇ ਜਿਹੜੀ ਉਮਰ ਨਿੱਕੀ ਹੈ, ਜਿਵੇਂ ਹਵਾ ਦੀ, ਬੱਦਲਾਂ ਦੀ, ਫੁੱਲਾਂ ਦੀ, ਇਹ ਤਾਂ ਹਵਾ ਦੇ ਵਗਣ ਦੇ ਵਾਂਗ ਹੈ। ਜਿਵੇਂ ਇੱਕ ਹਵਾ ਦਾ ਬੁੱਲਾ ਆਇਆ ਤੇ ਚਲਾ ਗਿਆ, ਇਹ ਤੋਂ ਪਹਿਲਾਂ ਕਿ ਕੋਈ ਝਗੜਾ ਪਵੇ ਉਹ ਖਤਮ ਹੋ ਜਾਂਦਾ। ਭਾਵ ਇਹਨਾਂ ਦੀ ਜ਼ਿੰਦਗੀ ਛੋਟੀ ਹੈ, ਤਾਂ ਇਹ ਬਹੁਤ ਸੁਖਮਈ ਜ਼ਿੰਦਗੀ ਜਿੰਨੀ ਵੀ ਹੈ ਉਹ ਜਿਉਂਦੇ ਹੈ। ਕੋਈ ਵੀ ਝਗੜਾ ਪੈਦਾ ਹੋਣ ਤੋਂ ਪਹਿਲਾਂ ਹੀ ਜ਼ਿੰਦਗੀ ਖਤਮ ਹੋ ਜਾਂਦੀ ਹੈ, ਤੇ ਇਸ ਲਈ ਇਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਹੀ ਸ਼ਾਂਤ ਤੇ ਸੁਖ ਭਰੀ ਹੈ। ਤਾਂ ਇਹ ਆਪਣੀ ਕਵਿਤਾ ਸੀ ਬੇਟਾ, ਭਾਰੀਆਂ ਪੰਡਾਂ। ਤਾਂ ਇਹਨਾਂ ਕਵਿਤਾ ਦੇ ਵਿੱਚ ਕੁਝ ਸ਼ਬਦ ਅਰਥ ਨੇ, ਜੇ ਤੁਸੀਂ ਉਹ ਪਿੱਛੇ ਅਭਿਆਸ ਦੇ ਵਿੱਚ ਜਾ ਕੇ ਦੇਖੋਗੇ, ਪੜ੍ਹੋਗੇ, ਤਾਂ ਤੁਹਾਨੂੰ ਇਹ ਕਵਿਤਾ ਦੇ ਭਾਵ ਅਰਥ ਸੌਖੀ ਤਰ੍ਹਾਂ ਨਾਲ ਸਮਝ ਆ ਜਾਣਗੇ। ਇਹ ਕੁਝ ਸ਼ਬਦ ਅਰਥ ਨੇ, ਜਿਵੇਂ ਝੇੜਾ, ਝੇੜਾ ਤੋਂ ਭਾਵ ਹੁੰਦਾ ਝਗੜਾ। ਸੁਨੇਹੜੇ ਤੋਂ ਭਾਵ ਹੈ ਸੁਨੇਹੇ ਜਾਂ ਸੰਦੇਸ਼। ਰੁਮਕੀ ਤੋਂ ਭਾਵ ਹੈ ਚੱਲੀ ਜਾਂ ਵਗੀ। ਸੱਲ ਦਾ ਅਰਥ ਹੈ ਜ਼ਖਮ, ਤੇ ਚੱਕਰਵਿਊਹ ਦਾ ਅਰਥ ਹੈ ਘੁੰਮਣ ਘੇਰੀ। ਅੱਗੇ ਬੇਟਾ ਆਪਾਂ ਇਹ ਸਾਰੀ ਕਵਿਤਾ ਦੇ ਮੈਂ ਤੁਹਾਨੂੰ ਵਿਆਖਿਆ ਕਰਕੇ ਦੱਸ ਦਿੱਤੀ ਕਿ ਕਵੀ ਹੈ ਜਿਹੜਾ ਉਹ ਕੀ ਕਹਿਣਾ ਚਾਹੁੰਦਾ ਹੈ ਇਸ ਕਵਿਤਾ ਦੇ ਵਿੱਚ, ਉਹਦੇ ਕਿਹੜੇ ਭਾਵ ਅਰਥ ਨੇ। ਵਿਆਖਿਆ ਹੈ ਜਿਹੜੀ ਉਹ ਮੈਂ ਤੁਹਾਨੂੰ ਦੱਸੀ ਹੈ। ਜੇ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ, ਤਾਂ ਪਹਿਲਾਂ ਤੁਸੀਂ ਪ੍ਰਸੰਗ ਸਿਰਲੇਖ ਦੇ ਕੇ ਉਹਦੇ ਵਿੱਚ ਤੁਸੀਂ ਆਪਣੀ ਜਮਾਤ ਦਾ ਨਾਂ, ਕਿਤਾਬ ਦਾ ਨਾਂ ਤੇ ਇਸ ਕਵੀ ਦਾ ਨਾਂ
ਫਿਰ ਕਵਿਤਾ ਦਾ ਨਾਂ ਦੱਸਣਾ ਹੋਊਗਾ ਤੇ ਇੱਕ ਸਤਰ ਦੇ ਵਿੱਚ ਇਹ ਵੀ ਦੱਸਣਾ ਹੋਊਗਾ ਕਿ ਕਵੀ ਕਿਸ ਵਿਸ਼ੇ ਬਾਰੇ ਗੱਲ ਕਰ ਰਿਹਾ ਹੈ ਇਹਨਾਂ ਸਤਰਾਂ ਦੇ ਵਿੱਚ। ਉਸ ਤੋਂ ਅੱਗੇ ਅਸੀਂ ਸਿਰਲੇਖ ਵਿਆਖਿਆ ਦਾ ਦੇਵਾਂਗੇ ਤੇ ਉਹਨਾਂ ਸਤਰਾਂ ਦੇ ਭਾਵ ਅਰਥ ਦੱਸਾਂਗੇ ਜਿਹੜੇ ਮੈਂ ਹੁਣ ਤੁਹਾਨੂੰ ਦੱਸ ਕੇ ਹਟੀ ਹਾਂ। ਉਹ ਤੁਹਾਨੂੰ ਇਸ ਸਾਰੀ ਕਵਿਤਾ ਦੇ ਵਿੱਚੋਂ ਕੋਈ ਵੀ 5-7 ਸਤਰਾਂ ਜਿਹੜੀਆਂ ਉਹ ਦੇ ਕੇ ਪ੍ਰਸੰਗ ਸਹਿਤ ਵਿਆਖਿਆ ਪੁੱਛੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਵਿਤਾ ਦੇ ਵਿੱਚੋਂ ਸਾਨੂੰ ਕੇਂਦਰੀ ਭਾਵ ਪੁੱਛੇ ਜਾਂਦੇ ਹੈ। ਤਾਂ ਇਸ ਕਵਿਤਾ ਦਾ ਕੇਂਦਰੀ ਭਾਵ ਕੀ ਹੈ? ਕੇਂਦਰੀ ਭਾਵ ਦਾ ਅਰਥ ਹੁੰਦਾ ਬੇਟਾ ਕਿ ਕਵੀ ਹੈ ਜਿਹੜਾ ਅਸਲ ਦੇ ਵਿੱਚ ਉਹ ਕੀ ਕਹਿਣਾ ਚਾਹੁੰਦਾ ਹੈ। ਭਾਵੇਂ ਉਸਨੇ ਲੰਬੀ ਕਵਿਤਾ ਲਿਖੀ ਹੈ ਪਰ ਸਾਰੀ ਕਵਿਤਾ ਦਾ ਨਿਚੋੜ ਕੀ ਹੈ, ਉਹਦਾ ਅਰਥ ਕੀ ਹੈ, ਉਹ ਕੀ ਸੰਦੇਸ਼ ਦੇਣਾ ਚਾਹੁੰਦਾ ਹੈ। ਜਿਵੇਂ ਇਹ ਕਵਿਤਾ ਹੈ ਭਾਰੀਆਂ ਪੰਡਾਂ, ਤਾਂ ਇਹਦਾ ਆਪਾਂ ਕਹਾਂਗੇ ਕਿ ਕੇਂਦਰੀ ਭਾਵ ਹੈ ਕਵੀ ਦੱਸਦਾ ਹੈ ਕਿ ਜੇ ਮਨੁੱਖੀ ਜੀਵਨ ਬਹੁਤ ਲੰਬਾ ਹੈ ਤਾਂ ਇਸ ਦੇ ਵਿੱਚ ਦੁੱਖ ਤਕਲੀਫਾਂ ਵੀ ਬਹੁਤ ਹੀ ਜ਼ਿਆਦਾ ਨੇ, ਜਿਹੜੀਆਂ ਸਹਿਣ ਦੇ ਲਈ ਦੂਸਰੇ ਮਨੁੱਖ ਦਾ ਆਸਰਾ ਲੈਣਾ ਪੈਂਦਾ। ਪਰ ਕੁਦਰਤ ਹੈ ਜਿਹੜੀ, ਉਹਦੇ ਵਿੱਚ ਫੁੱਲ, ਬੱਦਲ, ਹਵਾ ਆਦਿ ਦਾ ਜੀਵਨ ਬਹੁਤ ਹੀ ਛੋਟਾ ਹੈ, ਪਰ ਉਹ ਬਹੁਤ ਹੀ ਸੁਖਮਈ ਜ਼ਿੰਦਗੀ ਜਿਉਂਦੇ ਹੈ। ਤਾਂ ਇਹ ਇਸ ਕਵਿਤਾ ਦਾ ਕੇਂਦਰੀ ਭਾਵ ਹੈ। ਇਸ ਭਾਵਨਾ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸ ਸਕਦੇ ਹੋ, ਪਰ ਕੇਂਦਰੀ ਭਾਵ ਦੇ ਵਿੱਚ ਬੇਟਾ ਅਸੀਂ ਕਵੀ ਦਾ ਨਾਂ ਨਹੀਂ ਦੱਸਦੇ। ਕਵੀ ਦਾ ਨਾਂ ਜਦੋਂ ਤੁਸੀਂ ਕੇਂਦਰੀ ਭਾਵ ਲਿਖਣਾ ਹੈ ਉੱਥੇ ਦੱਸਣ ਦੀ ਕੋਈ ਲੋੜ ਨਹੀਂ। ਕੁਝ ਛੋਟੇ ਪ੍ਰਸ਼ਨ ਹੈ ਜਿਹੜੇ ਉਹ ਵੀ ਇਸ ਕਵਿਤਾ ਦੇ ਵਿੱਚੋਂ ਪੁੱਛੇ ਜਾ ਸਕਦੇ ਹੈ। ਉਦਾਹਰਨ ਦੇ ਤੌਰ ਤੇ ਕੁਝ 3 ਪ੍ਰਸ਼ਨ ਤੁਹਾਡੇ ਪਿੱਛੇ ਅਭਿਆਸ ਦੇ ਵਿੱਚ ਦਿੱਤੇ ਹੋਏ ਹੈ। ਕਵਿਤਾ ਵਿੱਚ ਕਿਸ ਕਿਸ ਦੀ ਨਿੱਕੀ ਉਮਰ ਦੀ ਪ੍ਰਸ਼ੰਸਾ ਕੀਤੀ ਗਈ ਹੈ? ਤਾਂ ਤੁਸੀਂ ਆਰਾਮ ਨਾਲ ਦੱਸ ਸਕਦੇ ਹੋ ਕਿ ਕਿਸ ਕਿਸ ਦੀ ਨਿੱਕੀ ਉਮਰ ਦੀ ਪ੍ਰਸ਼ੰਸਾ ਕੀਤੀ ਹੈ। ਬੱਦਲਾਂ ਦੀ, ਹਵਾ ਦੀ ਤੇ ਫੁੱਲ ਦੀ। ਅੱਗੇ ਹੈ ਭਾਰੀਆਂ ਪੰਡਾਂ ਤੋਂ ਕੀ ਭਾਵ ਹੈ? ਤਾਂ ਭਾਰੀਆਂ ਪੰਡਾਂ ਤੋਂ ਕਵੀ ਦਾ ਭਾਵ ਹੈ ਕਿ ਲੰਬੀ ਉਮਰ ਦੇ ਦੁੱਖ ਅਤੇ ਤਕਲੀਫਾਂ। ਅਗਲਾ ਪ੍ਰਸ਼ਨ ਹੈ ਕਵਿਤਾ ਅਨੁਸਾਰ ਕਿਸ ਦੇ ਦੁੱਖ ਵਡੇਰੇ ਹੁੰਦੇ ਹਨ? ਤਾਂ ਮਨੁੱਖੀ ਜੀਵਨ ਬਹੁਤ ਲੰਬਾ ਹੈ, ਇਸ ਕਰਕੇ ਮਨੁੱਖੀ ਜੀਵਨ ਦੇ ਦੁੱਖ ਬਹੁਤ ਹੀ ਵਡੇਰੇ ਹੁੰਦੇ ਹਨ ਤੇ ਜਿਸ ਦੀ ਉਮਰ ਛੋਟੀ ਹੈ ਉਸ ਦੇ ਦੁੱਖ ਵੀ ਛੋਟੇ ਹੁੰਦੇ ਹਨ। ਤਾਂ ਇਹ ਕਵਿਤਾ ਦੇ ਅਨੁਸਾਰ ਬੇਟਾ ਦੁੱਖ ਤਕਲੀਫਾਂ ਭਰੀ ਲੰਬੀ ਜ਼ਿੰਦਗੀ ਦੇ ਨਾਲੋਂ ਕਵੀ ਹੈ ਜਿਹੜਾ ਉਹ ਛੋਟੀ ਤੇ ਸੁਖਮਈ ਜ਼ਿੰਦਗੀ ਹੈ ਜਿਹੜੀ ਉਸ ਨੂੰ ਜ਼ਿਆਦਾ ਪਸੰਦ ਕਰਦਾ ਹੈ। ਹੁਣ ਆਪਾਂ ਦੇਖਦੇ ਹਾਂ ਕਿ ਮਨੁੱਖੀ ਜੀਵਨ ਦੇ ਵੱਖੋ ਵੱਖਰੇ ਪੜਾਅ ਹੈ। ਉਹਦਾ ਪਹਿਲਾ ਪੜਾਅ ਹੈ ਜਿਹੜਾ ਉਹ ਬਚਪਨ ਹੈ, ਫਿਰ ਜਵਾਨੀ ਹੈ ਤੇ ਫਿਰ ਬੁਢਾਪਾ ਹੈ। ਉਂਝ ਤਾਂ ਹਰ ਇੱਕ ਜੀਵਨ ਦਾ ਜਿਹੜਾ ਇਹ ਪੜਾਅ ਹੈ ਉਹਦਾ ਆਪੋ ਆਪਣਾ ਮਹੱਤਵ ਹੈ। ਮਨੁੱਖੀ ਜੀਵਨ ਦੇ ਵਿੱਚ ਬਚਪਨ ਦਾ ਆਪਣਾ ਹੈ, ਜਵਾਨੀ ਦਾ ਆਪਣਾ ਹੈ, ਬੁਢੇਪੇ ਦਾ ਆਪਣਾ ਹੈ। ਤਾਂ ਹਰ ਪੜਾਅ ਦੀਆਂ ਖੁਸ਼ੀਆਂ ਤੇ ਗਮੀਆਂ ਜਿਹੜੀਆਂ ਉਹ ਵੱਖੋ ਵੱਖਰੀਆਂ ਨੇ। ਜਿਵੇਂ ਬਚਪਨ ਹੈ, ਬਚਪਨ ਦੇ ਵਿੱਚ ਬੜੀਆਂ ਮੌਜਾਂ ਨੇ, ਮੰਮੀ ਪਾਪਾ ਨੇ ਸਾਰੇ ਕੰਮ ਕਰਨੇ ਆ ਤੇ ਬੱਚਿਆਂ ਨੇ ਖੇਡਣਾ ਤੇ ਪੜ੍ਹਨਾ ਹੈ। ਹੋਰ ਕੋਈ ਚਿੰਤਾ ਨਹੀਂ ਬੱਚਿਆਂ ਨੂੰ। ਬਾਕੀ ਸਾਰੀਆਂ ਚਿੰਤਾਵਾਂ ਨੇ ਜਿਹੜੀਆਂ ਉਹ ਵੱਡਿਆਂ ਦੀਆਂ ਨੇ, ਮਾਂ-ਬਾਪ ਦੀਆਂ ਨੇ। ਤਾਂ ਜਿਹੜੀ ਜਵਾਨੀ ਹੈ, ਜਵਾਨੀ ਦੇ ਵਿੱਚ ਬੰਦਾ ਹੈ ਜਿਹੜਾ ਉਹ ਆਤਮ ਨਿਰਭਰ ਹੋ ਜਾਂਦਾ, ਆਪਣਾ ਕੋਈ ਨਾ ਕੋਈ ਕੰਮ ਲੱਭ ਲੈਂਦਾ ਹੈ ਤੇ ਉਸ ਦੇ ਅਨੁਸਾਰ ਆਪਣੇ ਸ਼ੌਂਕ ਹੈ ਜਿਹੜੇ ਜਾਂ ਆਪਣੀਆਂ ਇੱਛਾਵਾਂ ਉਹ ਪੂਰੀਆਂ ਕਰਦਾ। ਤੇ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਜ਼ਿੰਮੇਵਾਰੀ ਦੀ ਪੰਡ ਹੈ ਜਿਹੜੀ ਉਹਦੀ ਥੋੜੀ ਜਿਹੀ ਭਾਰੀ ਹੋ ਜਾਂਦੀ ਹੈ। ਤੇ ਬੁਢਾਪੇ ਦੇ ਵਿੱਚ ਬੇਟਾ ਤਕਲੀਫ ਇਹ ਹੈ ਕਿ ਸਰੀਰ ਕਮਜ਼ੋਰ ਹੋ ਜਾਂਦਾ ਹੈ, ਕਈ ਤਰ੍ਹਾਂ ਦੀਆਂ ਬਿਮਾਰੀਆਂ ਆ ਕੇ ਘੇਰ ਲੈਂਦੀਆਂ ਨੇ। ਪਰ ਇਹਦੀ ਵੀ ਆਪਣੀ ਖੂਬੀ ਹੈ, ਆਪਣੀ ਤਸੱਲੀ ਹੈ ਇਸ ਉਮਰ ਦੇ ਪੜਾਅ ਦੀ ਕਿ ਉਹਨੂੰ ਆਪਣੇ ਆਲੇ ਦੁਆਲੇ ਆਪਣਾ ਵੱਡਾ ਭਰਿਆ ਹੋਇਆ ਆਰ ਪਰਿਵਾਰ ਦਿਖਾਈ ਦਿੰਦਾ ਹੈ
ਜਿਸ ਦੇ ਵਿੱਚੋਂ ਉਹਨੂੰ ਅਜੀਬ ਤਰ੍ਹਾਂ ਦੀਆਂ ਖੁਸ਼ੀਆਂ ਤੇ ਤਸੱਲੀ ਭਰੀ ਭਾਵਨਾ ਹੈ ਜਿਹੜੀ ਮਨ ਦੇ ਵਿੱਚ ਉਹ ਰਹਿੰਦੀ ਹੈ। ਤੇ ਇਸ ਉਮਰ ਦਾ ਤਜਰਬਾ ਸਭ ਤੋਂ ਵੱਡੀ ਚੀਜ਼ ਹੈ, ਜਿਸ ਦੇ ਆਧਾਰ ਤੇ ਆਪਣੇ ਤੋਂ ਛੋਟਿਆਂ ਨੂੰ ਕੋਈ ਨਾ ਕੋਈ ਪ੍ਰੇਰਨਾ ਜਾਂ ਕੋਈ ਨਾ ਕੋਈ ਸਿੱਖਿਆ ਜਿਹੜੀ ਉਹ ਵੀ ਦਿੱਤੀ ਜਾ ਸਕਦੀ ਹੈ। ਤਾਂ ਹੁਣ ਇਹ ਜ਼ਿੰਦਗੀ ਦੇ 3 ਪੜਾਅ ਨੇ। ਇਹਨਾਂ ਤਿੰਨਾਂ ਪੜਾਵਾਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਪੜਾਅ ਹੈ ਜਿਹੜਾ ਮਨੁੱਖੀ ਜੀਵਨ ਦਾ ਸਭ ਤੋਂ ਵਧੀਆ ਤੇ ਕਿਹੜਾ ਪੜਾਅ ਹੈ ਜਿਹੜਾ ਨਹੀਂ ਚੰਗਾ ਲੱਗਦਾ? ਇਹ ਹਰ ਇੱਕ ਦੀ ਆਪੋ ਆਪਣੀ ਸੋਚ ਹੋ ਸਕਦੀ ਹੈ। ਤਾਂ ਤੁਸੀਂ ਇਸ ਦੇ ਬਾਰੇ ਜਮਾਤ ਦੇ ਵਿੱਚ ਆਪਣੇ ਸਹਿਪਾਠੀਆਂ ਦੇ ਨਾਲ ਜਾਂ ਆਪਣੇ ਅਧਿਆਪਕ ਦੇ ਨਾਲ ਚਰਚਾ ਕਰ ਸਕਦੇ ਹੋ ਤੇ ਚਰਚਾ ਕਰਕੇ ਆਪੋ ਆਪਣੇ ਵਿਚਾਰ ਇੱਕ ਦੂਸਰੇ ਦੇ ਨਾਲ ਸਾਂਝੇ ਕਰ ਸਕਦੇ ਹੋ। ਇਹ ਕਵਿਤਾਵਾਂ ਬੇਟਾ ਤੁਹਾਡੇ ਪਾਠਕ੍ਰਮ ਦੇ ਵਿੱਚ ਇਸ ਲਈ ਸ਼ਾਮਿਲ ਕੀਤੀਆਂ ਗਈਆਂ ਨੇ ਤਾਂ ਜੋ ਤੁਹਾਨੂੰ ਕੋਈ ਨਾ ਕੋਈ ਨਵੀਂ ਗੱਲ ਹੈ ਜਿਹੜੀ ਉਹ ਦੱਸੀ ਜਾ ਸਕੇ, ਤੁਹਾਡੀ ਸੋਚ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ, ਤੁਹਾਨੂੰ ਇਸ ਕਾਬਿਲ ਬਣਾਇਆ ਜਾ ਸਕੇ ਕਿ ਤੁਸੀਂ ਆਪ ਕੋਈ ਨਾ ਕੋਈ ਆਪਣੇ ਮਨ ਦੀ ਗੱਲ ਹੈ ਜਿਹੜੀ ਉਸ ਨੂੰ ਕਲਮਬੱਧ ਕਰ ਸਕੋ, ਉਸ ਨੂੰ ਲਿਖ ਸਕੋ। ਹੁਣ ਦੇਖੋ, ਭਾਰੀਆਂ ਪੰਡਾਂ ਕਵਿਤਾ ਹੈ ਜਿਹੜੀ, ਇਹਦੇ ਵਿੱਚ ਸਿਰਫ ਇੱਕ ਨੁਕਤਾ ਕਵੀ ਨੇ ਫੜਿਆ। ਕਵੀ ਨੂੰ ਇਉਂ ਮਹਿਸੂਸ ਹੋਇਆ ਕਿ ਇਹ ਛੋਟੀ ਉਮਰ ਹੈ ਜਿਹੜੀ ਕਿੰਨੀ ਚੰਗੀ ਹੁੰਦੀ ਹੈ, ਜਿਵੇਂ ਬੱਦਲ ਦੀ ਉਮਰ ਹੈ, ਬਸ ਵਰ ਗਿਆ ਤੇ ਚਲਾ ਗਿਆ। ਉਹਨੂੰ ਮਨੁੱਖ ਦੇ ਕਿਸੇ ਨਾ ਕਿਸੇ, ਭਾਵੇਂ ਉਹਦਾ ਆਪਣਾ ਆਪ ਹੋਵੇ, ਆਲਾ ਦੁਆਲਾ ਹੋਵੇ, ਕਿਸੇ ਨਾ ਕਿਸੇ ਮਨੁੱਖ ਦੇ ਜੀਵਨ ਦੀਆਂ ਤਕਲੀਫਾਂ ਨੇ, ਉਹਦੇ ਆਪਦੇ ਨਿੱਜ ਦੀਆਂ ਵੀ ਹੋ ਸਕਦੀਆਂ ਨੇ, ਉਹਨੂੰ ਕਾਫੀ ਠੇਸ ਪਹੁੰਚਾਈ, ਜਿਸ ਦੇ ਆਧਾਰ ਤੇ ਉਹਦੀ ਇਹ ਸੋਚ ਭਾਰੂ ਹੋਈ ਕਿ ਛੋਟੀ ਉਮਰ ਸੁਖਮਈ ਹੈ, ਲੰਮੀ ਉਮਰ ਹੈ, ਲੰਮੇ ਦੁੱਖ ਹੈ, ਲੰਮੀਆਂ ਤਕਲੀਫਾਂ ਨੇ। ਇੱਕ ਤਕਲੀਫ ਖਤਮ ਹੁੰਦੀ ਹੈ ਤੇ ਦੂਸਰੀ ਤਕਲੀਫ ਹੈ ਜਿਹੜੀ ਉਹ ਆ ਖੜਦੀ ਹੈ। ਹੋ ਸਕਦਾ ਹੈ ਇਹ ਹਰ ਇੱਕ ਦੀ ਸੋਚ ਨਾ ਹੋਵੇ, ਪਰ ਇਹ ਵੀ ਸੱਚ ਹੈ ਕਿ ਜਦੋਂ ਅਸੀਂ ਜ਼ਿੰਦਗੀ ਨੂੰ ਗੌਰ ਨਾਲ ਦੇਖਦੇ ਹਾਂ, ਮਨੁੱਖੀ ਜ਼ਿੰਦਗੀ ਦੇ ਨਾਲ ਆਲੇ ਦੁਆਲੇ ਨੂੰ ਇੱਕਮਿਕ ਕਰਦੇ ਹਾਂ, ਸਮਾਂ ਕੱਢ ਕੇ ਕੁਦਰਤ ਹੈ ਜਿਹੜੀ ਉਸ ਦੇ ਨਾਲ ਸਮਾਂ ਬਤੀਤ ਕਰਦੇ ਹਾਂ, ਤਾਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਹੈ ਜਿਹੜੀਆਂ ਉਹ ਸਾਡੇ ਮਨ ਦੇ ਵਿੱਚ ਪੈਦਾ ਹੋ ਜਾਂਦੀਆਂ ਨੇ। ਕਿਉਂਕਿ ਅਸੀਂ ਆਸੇ-ਪਾਸੇ ਦੇਖਦੇ ਹਾਂ, ਸਾਡੇ ਸਕੂਲ ਦੇ ਵਿੱਚ ਲੱਗੇ ਹੋਏ ਫੁੱਲ ਜਾਂ ਸਾਡੇ ਘਰਾਂ ਦੇ ਵਿੱਚ ਲੱਗੇ ਹੋਏ ਫੁੱਲ ਸਾਨੂੰ ਬਹੁਤ ਆਕਰਸ਼ਿਤ ਕਰਦੇ। ਕਿੰਨੇ ਸੋਹਣੇ ਰੰਗ ਹੁੰਦੇ ਆ ਉਹਨਾਂ ਦੇ, ਕਿੰਨੀ ਉਹਨਾਂ ਦੀ ਮਿੱਠੀ ਮਿੱਠੀ ਮਹਿਕ ਹੁੰਦੀ ਹੈ। ਕਈ ਵਾਰ ਅਸੀਂ ਉਹਨਾਂ ਦੀ ਉਡੀਕ ਕਰਦੇ ਹਾਂ ਕਿ ਫੁੱਲ ਹੈ ਜਿਹੜਾ ਉਹ ਖਿੜਨ ਵਾਲਾ ਹੈ। ਕਈ ਬੱਚਿਆਂ ਨੂੰ ਕੁਦਰਤ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਉਹ ਹਰ ਰੋਜ਼ ਫੁੱਲ ਹੈ ਜਿਹੜੇ ਜਾਂ ਬੂਟਾ ਹੈ ਉਹਦੀਆਂ ਡੋਡੀਆਂ ਗਿਣਦੇ ਨੇ ਕਿ ਇੰਨੀਆਂ ਡੋਡੀਆਂ ਹੋ ਗਈਆਂ, ਇਹਦਾ ਮਤਲਬ ਇੰਨੇ ਜ਼ਿਆਦਾ ਫੁੱਲ ਹੈ ਜਿਹੜੇ ਉਹ ਉੱਗਣਗੇ। ਤੇ ਜਿਵੇਂ ਜਿਵੇਂ ਫੁੱਲ ਖਿੜਦੇ ਹੈ, ਉਵੇਂ ਉਵੇਂ ਉਹਨਾਂ ਦਾ ਮਨ ਹੈ ਜਿਹੜਾ ਉਹ ਵੀ ਖਿੜਦਾ। ਹਰ ਰੋਜ਼ ਉਹ ਦੇਖਦੇ ਹੈ ਕਿ ਅੱਜ ਇੰਨੇ ਫੁੱਲ ਖਿੜ ਗਏ, ਅੱਜ 4 ਫੁੱਲ ਹੈ, ਅੱਜ 6 ਫੁੱਲ ਹੈ। ਪਰ ਨਾਲ ਦੀ ਨਾਲ ਇਹ ਵੀ ਦੇਖਦੇ ਹੈ ਕਿ ਫੁੱਲ ਹੈ ਜਿਹੜਾ ਉਹ ਅੱਜ ਖਿੜਿਆ ਹੈ ਤੇ ਕੱਲ ਨੂੰ ਨਹੀਂ ਹੋਣਾ, ਮੁਰਝਾ ਜਾਣਾ। ਜ਼ਿਆਦਾ ਫੁੱਲਾਂ ਦੀ ਉਮਰ ਹੈ ਜਿਹੜੀ 1 ਦਿਨ, 2 ਦਿਨ, 3 ਦਿਨ, ਬਸ ਉਸ ਤੋਂ ਬਾਅਦ ਖਤਮ ਹੈ। ਪਰ ਕੋਈ ਸੂਝਵਾਨ ਬੱਚਾ ਹੈ ਜਿਹੜਾ, ਉਹਦੇ ਮਨ ਦੇ ਵਿੱਚ ਇਹ ਗੱਲ ਆ ਸਕਦੀ ਹੈ ਕਿ ਕਿੰਨਾ ਇਹ ਫੁੱਲ ਹੈ ਜਿਹੜਾ ਉਹ ਖੁਸ਼ਕਿਸਮਤ ਹੈ, ਕਿ ਇਹਦੀ ਸੁੰਦਰਤਾ ਸਭ ਨੂੰ ਪ੍ਰਭਾਵਿਤ ਕਰਦੀ ਹੈ, ਇਸ ਦੀ ਖੁਸ਼ਬੂ ਹਰ ਇੱਕ ਨੂੰ ਚੰਗੀ ਲੱਗਦੀ ਹੈ। ਪਰ ਉਮਰ ਇੰਨੀ ਥੋੜੀ, ਪਰ ਇਸ ਥੋੜੀ ਉਮਰ ਦਾ ਇਸ ਫੁੱਲ ਨੂੰ ਤਾਂ ਕੋਈ ਰੰਜਿਸ਼ ਨਹੀਂ, ਕੋਈ ਤਕਲੀਫ ਨਹੀਂ, ਕੋਈ ਦੁੱਖ ਨਹੀਂ। ਤਾਂ ਬੇਟਾ, ਇਸ ਤਰ੍ਹਾਂ ਜੇ ਤੁਸੀਂ ਕੁਦਰਤ ਦੇ ਨਾਲ ਇੱਕਮੁੱਖ ਹੋਵੋਗੇ, ਥੋੜਾ ਜਿਹਾ ਸਮਾਂ ਜਿਹੜਾ ਉਹ ਕੁਦਰਤ ਦੇ ਨਾਲ ਬਤੀਤ ਕਰੋਗੇ, ਤਾਂ ਆਪਣੇ ਆਪ ਹੀ ਇਸ ਤਰ੍ਹਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਮਨ ਦੇ ਵਿੱਚ ਪੈਦਾ ਹੋਣ ਲੱਗ ਜਾਂਦੀਆਂ ਨੇ। ਜ਼ਰੂਰੀ ਨਹੀਂ ਕਿ ਤੁਹਾਡੀ ਸੋਚ ਹੈ ਜਿਹੜੀ ਉਹ ਤਾਰਾ ਸਿੰਘ ਵਾਲੀ ਹੋਵੇ, ਤੁਹਾਡੇ ਮਨ ਦੇ ਵਿੱਚ ਕੋਈ ਹੋਰ ਫੁਰਨਾ ਵੀ ਫੁਰ ਸਕਦਾ, ਉਹ ਇੰਨਾ ਭਾਰੂ ਵੀ ਹੋ ਸਕਦਾ ਤੁਹਾਡੀ ਸੋਚ ਤੇ ਕਿ ਤੁਸੀਂ ਵੀ ਕਲਮ ਚੱਕੋ ਤੇ ਕੁਛ ਨਾ ਕੁਛ ਲਿਖਣਾ ਸ਼ੁਰੂ ਕਰ ਦਿਓ। ਪਰ ਜੇ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾਂਦੇ ਹਾਂ, ਆਪਣੇ ਆਪ ਦੇ ਵਿੱਚ ਹੀ ਮਸਤ ਹੁੰਦੇ ਜਾਂਦੇ ਹਾਂ,
ਤਾਂ ਫਿਰ ਸਾਡੀ ਇਹ ਕਾਬਲੀਅਤ ਦਾ ਪੱਖ ਹੈ ਜਿਹੜਾ ਉਹ ਵੀ ਮੁਰਝਾ ਜਾਂਦਾ ਹੈ। ਇਸ ਲਈ ਆਪਾਂ ਵੀ ਸਾਰੇ ਜਾਣੇ ਕੁਦਰਤ ਦੇ ਨਾਲ ਇੱਕਮੁੱਖ ਹੋਈਏ